ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਸਾਨੂੰ ਖੁਸ਼ੀ ਹੈਗੀ ਸਿੱਖ ਜਨਰਲ ਟੀਮ ਪਹੁੰਚੀ ਪੈਨਾਮਾ ਸੈਂਟਰਲ ਅਮਰੀਕਾ। ਇੱਥੇ ਅਸੀਂ ਗੁਰਦੁਆਰਾ ਸਾਹਿਬ ਪਹੁੰਚੇ ਹੈਗੇ, ਗੁਰੂ ਨਾਨਕ ਦਰਬਾਰ ਸਾਹਿਬ ਗੁਰਦੁਆਰਾ ਪੈਨਾਮਾ, ਜਿਹੜਾ ਕਾਫੀ ਪੁਰਾਣਾ ਗੁਰਦੁਆਰਾ ਹੈਗਾ। ਇਕੱਲਾ ਇੱਕ ਗੁਰਦੁਆਰਾ ਹੈਗਾ ਪੈਨਾਮਾ ਦੇ ਵਿੱਚ। ਸਾਨੂੰ ਜੁੜੇ ਹੋਏ ਹੈਗੇ ਇੱਥੇ, ਸਾਨੂੰ ਗੁਰਦੁਆਰੇ ਸਾਹਿਬ ਮਿਲੇ ਰਹੇ ਐਤਵਾਰ ਆ ਕੇ ਦਰਸ਼ਨ ਕਰਦੇ। ਫਕੀਰ ਸਿੰਘ ਬੇਨਸ, ਫਕੀਰ ਸਿੰਘ ਜੀ ਤੁਸੀਂ ਆਪਣੀ ਪਹਿਲਾਂ ਦੱਸੋ ਹਿਸਟਰੀ, ਕਦੋਂ ਤੁਸੀਂ ਪਹੁੰਚੇ ਪੈਨਾਮਾ? 1955। ਐਂਡ ਕਿਹੜੀ ਭਾਸ਼ਾ ਤੁਹਾਨੂੰ ਆਉਂਦੀ? ਤੁਸੀਂ ਪੰਜਾਬੀ ਬੋਲੋ? ਪੰਜਾਬੀ ਬੋਲ ਸਕਦੇ ਹਾਂ, ਉਰਦੂ, ਪੰਜਾਬੀ, ਫਾਰਸੀ। ਇਹ ਗੁਰਮੁਖੀ ਲਿਖ ਨਹੀਂ ਸਕਦਾ। ਹਾਂ। ਹੋਰ 1955 'ਚ ਤੁਸੀਂ ਆਏ ਸੀ ਐਂਡ ਕਿਸ ਤਰੀਕੇ ਨਾਲ ਆਏ? ਮੇਰਾ ਬਾਬਾ ਰਹਿੰਦਾ ਸੀ ਇੱਥੇ, ਬਾਬਾ ਉਸਨੇ ਮੰਗਾਇਆ। ਉਹ ਜਦ ਮੈਂ ਆਇਆ ਉਹ ਚਲੇ ਗਿਆ। ਐਂਡ ਤੁਸੀਂ ਆ ਕੇ ਕੀ ਕੰਮ ਕੀਤਾ? ਪਹਿਲੇ ਇੱਥੇ ਕੋਈ ਕੰਮ ਹੈ ਨਹੀਂ ਸੀ। ਪਹਿਲਾਂ ਥੋੜ੍ਹਾ ਜਿਹਾ ਮੈਂ ਘੁਲਦਾ ਰਿਹਾ, ਤਾਂ ਚੋਰੀਓ ਦੇ ਵਿੱਚ ਇੱਕ ਚੀਵਾ ਖਰੀਦਿਆ। ਚੀਵਾ ਲੱਕੜੀ ਦਾ ਹੁੰਦਾ ਸੀ, ਉਹਦੇ ਨਾਲ ਫਿਰ ਗੈਸ ਪੰਪ ਲਿਆ। ਫਿਰ ਗੈਸ ਪੰਪ ਦੇ ਨਾਲ ਹੌਲੀ ਹੌਲੀ ਹੋਰ ਚੀਵੇ ਕਰਦਾ ਰਿਹਾ। ਕੋਈ 12 ਚੀਵੇ ਸੀਗੇ ਲੱਕੜੀ ਦੇ। ਇਹ ਫਿਰ ਬੱਸਾਂ ਲਈਆਂ, ਬੱਸ ਚੀਵੇ ਗੈਸ ਪੰਪ, ਇਹ ਮੇਰਾ ਕੰਮ ਕਰਦਾ ਰਿਹਾ ਮਕੈਨਿਕ ਦਾ। ਫਿਰ ਸੈਕਿੰਡ ਪਾਰਟ ਵੇਚਣੇ, ਇੱਦਾਂ ਦਾ ਕੰਮ। ਜੋ ਤੁਸੀਂ ਘੋਲ ਕਰਦੇ ਸੀ ਉਹਦੇ ਬਾਰੇ ਸਾਨੂੰ ਜਾਣਕਾਰੀ ਦੇਵੋ। ਹਟ ਗਿਆ ਸੀ ਇੱਕ ਸਾਲ 1.5 ਸਾਲ ਕੀਤਾ, ਫਿਰ ਮੈਂ ਹਟ ਗਿਆ। ਕਿਉਂ? ਉਹਨਾਂ ਕੋਈ ਇਨਸਾਫ ਨਹੀਂ ਸੀ। ਜਦੋਂ ਕਹਿੰਦੇ ਸੀ ਤੂੰ ਹੁਣ ਜਿੱਤ ਜਾਣਾ ਇਸ ਵੀ ਕਿ ਅਗਲੇ ਵਾਰੀ ਹਟ ਜਾਣਾ, ਮੈਂ ਕਿਹਾ ਮੈਂ ਕੰਮ ਹੀ ਨਹੀਂ ਕਰਦਾ। ਉਹ ਹੈਗੀ ਸੀ ਫਿਕਸਡ, ਜਿਹਦਾ ਫਿਕਸ ਕਰਦੇ ਸੀ। ਉਹ ਹੈਗਾ ਰੈਸਲਿੰਗ। ਐਂਡ ਤੁਸੀਂ ਆਪਣੀ ਉਮਰ ਇੱਥੇ ਬੀਤੀ ਹੈਗੀ ਪੈਨਾਮਾ ਵਿੱਚ, ਇਹ ਕਿਸ ਤਰ੍ਹਾਂ ਲੱਗੇ? ਕੋਈ ਮੁਸ਼ਕਿਲ ਆਈਆਂ ਜਦੋਂ ਪਹਿਲਾਂ ਆਏ ਸੀ? ਮੁਸ਼ਕਿਲਾਂ ਬਥੇਰੀਆਂ ਆਈਆਂ, ਕਿਉਂ ਇੱਥੇ ਪਹਿਲਾਂ ਕੰਮ ਹੈ ਨਹੀਂ ਸੀ। ਫਿਰ ਹੌਲੀ ਹੌਲੀ ਇੱਦਾਂ ਕੋਈ ਲਾ ਨਹੀਂ, ਹਾਲੇ ਵੀ ਨਹੀਂ ਕੋਈ ਲਾ ਇਹਨਾਂ ਦਾ, ਜਿੱਦਾਂ ਗੌਰਮੈਂਟ ਦਾ, ਜਿੱਦਾਂ ਪੁਲਿਸੀਆਂ ਦਾ ਚੱਲਦਾ ਲਾ, ਹਾਲੇ ਤਾਂ ਕੋਈ ਲਾ ਹੈ ਨਹੀਂ। ਪਾਲਿਸੀ ਇਹ ਬਣਾਉਂਦੇ ਆ ਜਿੱਦਾਂ ਮਰਜ਼ੀ ਕਰਦੇ ਆ। ਅੱਗੇ ਤਾਂ 100% ਪਾਲਿਸੀਆਂ ਸੀਗੇ ਮੈਂ ਪਹਿਲਾਂ ਕੰਟਰੋਲ ਪਾਲਿਸੀਆਂ ਨੂੰ ਕੀਤਾ, ਫਿਰ ਜੋ ਮਰਜ਼ੀ ਇੱਥੇ ਕਰ ਸਕਦਾ ਸੀ। ਵੱਡੀ ਚੱਲਦੀ ਸੀ, ਵੱਡੀ ਨਾਲ ਕੰਮ ਚੱਲਦਾ ਸੀ। ਵੱਡੀ ਤਾਂ ਹਾਲੇ ਵੀ ਹੈਗੀ ਆ, ਵੱਡੀ ਨੇ ਸਾਰੀ ਥਾਈਂ ਇਹ ਹੀ ਆ, ਵੱਡੀ ਨੇ। ਇੰਡੀਆ ਦਾ ਮਾਹੌਲ ਆ? ਇੰਡੀਆ ਦਾ ਮੈਨੂੰ ਪਤਾ ਨਹੀਂ। ਇੰਡੀਆ ਤਾਂ ਮੈਂ 2-4 ਵਾਰੀ ਜਾਇਆ, ਪਰ ਮੈਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਚੱਲਦੇ ਆ। ਮੇਰਾ ਜਦ ਇਹ ਤਾਂ ਮੇਰਾ ਲੜਕਾ ਸੀ, ਲੜਕੇ ਉਹ ਸਾਰੇ ਉੱਥੇ ਕੈਨੇਡਾ ਚਲੇ ਗਏ। ਸ਼ਾਦੀ ਤੁਹਾਡੀ ਕਿੱਥੇ ਹੋਈ ਸੀ? ਸ਼ਾਦੀ ਮੇਰੀ ਇੰਡੀਆ 'ਚ ਹੋਈ ਆ। ਉਹ ਜੋ ਮਰ ਗਈ ਮੈਂ ਇੱਥੇ ਕੀਤੀ। ਉਹ ਉੱਤੇ ਦੇ ਹੈਗਾ ਇੱਕ ਲੜਕਾ ਇੱਕ ਲੜਕੀ ਨਾ, ਇੱਥੇ ਇੱਕ ਲੜਕੀ ਆ। ਇਹ ਤਿੰਨੇ ਹੀ ਕੈਨੇਡਾ 'ਚ, ਇੱਥੇ ਕੋਈ ਹੈ ਨਹੀਂ। ਜ਼ਰੂਰ ਇਕੱਲੇ ਰਹਿ ਗਏ? ਇਕੱਲਾ ਹੀ ਆ। ਹੁਣ ਮੈਨੂੰ ਉਹ ਕਹਿੰਦਾ ਉੱਥੇ ਚਲੇ ਜਾ। ਮੇਰਾ ਇਰਾਦਾ ਹੁਣ ਥੋੜ੍ਹਾ ਚਿਰ 6 ਮਹੀਨੇ ਉੱਥੇ ਰਹਾਂ, 6 ਮਹੀਨੇ ਤੇ ਰਹਾਂ, ਕਿ ਉੱਥੇ ਠੰਡ ਬਹੁਤ ਆ। ਇਹ ਆ ਮੇਰਾ ਇਰਾਦਾ। ਮੌਸਮ ਇੱਥੇ ਤੁਹਾਨੂੰ ਠੀਕ ਲੱਗਦਾ? ਮੌਸਮ ਇੱਥੇ ਦਾ ਵਧੀਆ। ਤੁਸੀਂ ਕਾਫੀ ਦੇਰ ਤੁਹਾਨੂੰ ਹੋ ਗਈ, ਤੁਸੀਂ ਕੀ ਚੇਂਜਿਸ ਦੇਖੀਆਂ ਇੱਥੇ ਪੰਜਾਬੀ ਸਿੱਖ ਕਮਿਊਨਿਟੀ ਵਿੱਚ? ਕੀ ਬਦਲਾਅ ਆਇਆ ਤੁਹਾਡੇ ਟਾਈਮ ਦੇ ਵਿੱਚ? ਇੱਥੇ ਬਹੁਤ ਬਦਲੇ ਹੋਇਆ। ਕਿਉਂ? ਅੱਗੇ ਇੱਦਾਂ ਦੇਖ ਨਾ, ਇਹਨਾਂ ਦੀ ਪ੍ਰੋਗਰੈਸ ਬਹੁਤ ਹੋਈ ਆ। ਕਿਉਂ? ਅੱਗੇ ਕੋਈ ਇੱਦਾਂ ਬਿਲਡਿੰਗਾਂ ਹੈ ਹੀ ਨਹੀਂ ਸੀਗੀਆਂ, ਇੱਥੇ ਵੀ ਕੁਛ ਹੈ ਨਹੀਂ ਸੀ। ਪਨਾਮਾ ਸਿਰਫ ਸੈਂਟਰ ਪਨਾਮਾ ਤਾਂ ਜਦੋਂ ਮੈਂ ਆਇਆ, ਕਾਥੇਡਰਲ ਸ਼ਾਇਦ ਤੁਸੀਂ ਨਹੀਂ ਜਾਣਦੇ। ਫਿਰ ਕਾਥੇਡਰਲ ਸੈਂਟਰ ਹੋਇਆ ਉਹਦੇ ਮਿਰਸੇ ਦੇ ਜਿਹੜੇ ਚਰਚ ਆ। ਫਿਰ ਉਸ ਤੋਂ ਬਾਅਦ ਸੈਂਟਰ ਪਨਾਮੇ ਦਾ ਹੋਇਆ ਸੰਤਾਨਾ। después ਸੈਂਟਰ ਹੋਇਆ ਜਿੱਥੇ ਬੰਕੋ nacional y Caja de Oro, después Plaza 5 Mayo, ਫਿਰ ਰੀਓ ਬਾਹੋ। ਇਹ ਹੁਣ ਤਾਂ ਸੈਂਟਰ ਹੈਗਾ ਜਿੱਥੇ ਹੈਗਾ ਬਹੁਤ ਵਧੀਆ, ਬੜਾ ਹੀ ਵਧੀਆ। ਇੰਡੀਆ ਤੁਸੀਂ ਪਿੱਛੇ ਜਾਂਦੇ, ਤੁਹਾਡੀ ਕੀ ਪੰਜਾਬ ਨਾਲ ਕੀ ਲਿੰਕ ਰਹੀ? ਕੋਈ ਲਿੰਕ ਰਹੀ ਖਾਸ? ਮੇਰਾ ਉੱਥੇ ਬਾਪ ਸੀ, ਉੱਥੇ ਉਹਨਾਂ ਦੀ ਜ਼ਮੀਨ ਤੇਰੀ ਸੀ, ਉਹਨਾਂ ਦੇ ਪੱਠੇ ਲੱਗੇ ਸੀ। ਉਹ ਮੇਰੇ 5 ਭਰਾ ਆ, 2 ਭੈਣਾਂ। ਉਹ ਉੱਥੇ ਸਾਰੇ ਬਾਹਰ ਚਲੇ ਗਏ, ਹੁਣ ਕੋਈ ਨਹੀਂ ਉੱਥੇ। ਕਿਉਂ? 2 ਭੈਣਾਂ, ਇੱਕ ਭਰਾ ਤਾਂ ਇੰਗਲੈਂਡ 'ਚ ਆ,
ਇਹ ਤਾਂ ਜਿਹੜੇ ਦੂਸਰੇ ਹੈਗੇ ਆ ਉਹ ਹੈਗਾ ਕੈਨੇਡਾ। ਇੰਗਲੈਂਡ ਵਾਲੇ ਆਉਂਦੇ ਜਾਂਦੇ ਤੁਹਾਨੂੰ ਮਿਲਦੇ? ਆਹੋ ਮਿਲਦੇ ਆ ਉਹ ਇੱਥੇ ਭਰਾਵਾ ਆਇਆ ਸੀ, ਉਹ ਚਲੇ ਗਿਆ। ਉਹ ਮੈਨੂੰ ਕਹਿੰਦਾ ਇੱਥੇ ਨਾ ਰਹਿ, ਇੱਥੇ ਕੁਛ ਨਹੀਂ, ਇੱਥੇ ਚੋਰ ਬਹੁਤ ਆ। ਹਮੇਸ਼ਾ ਖਿਆਲ ਰੱਖਿਓ, ਜਿਹੜਾ ਸਮਗਲਿੰਗ ਬਹੁਤ ਕਰਦੇ ਆ। ਇੱਦਾਂ ਇੱਥੇ ਦੇਖਿਆ ਨਾ, ਹੁਣ ਗੁਰਦੁਆਰਾ ਜਿਹੜਾ ਇਹ ਬੰਦ ਹੀ ਰੱਖਦੇ ਆ ਕਿ ਚੋਰ ਨਾ ਚਰਚਾ ਨੂੰ ਵੀ ਲੈ ਲੈਂਦੇ ਆ। ਹੋਰ ਐਂਡ ਪੰਜਾਬ ਦਾ ਤੁਹਾਡਾ ਕੀ ਲਿੰਕ ਰਿਹਾ? ਤੁਸੀਂ ਪੰਜਾਬ ਨਾਲ ਆਣੀ ਜਾਣੀ ਉੱਥੇ ਆਪਣੇ ਦਾ ਜਾਂਦਾ ਰਿਹਾ, 4-5 ਵਾਰੀ ਮੈਂ ਆਇਆ ਗਿਆ। ਉਹ ਮੇਰਾ ਬਾਪ ਸੀ, ਹੁਣ ਉੱਥੇ ਹੈ ਨਹੀਂ ਕੋਈ। ਹੁਣ ਇੱਕ ਵਾਰੀ ਗਿਆ, ਕੋਈ ਹੈ ਨਹੀਂ। ਉਹ ਹੁਣ ਹੈਗਾ ਜਿਹੜਾ ਮੇਰਾ ਭਰਾ ਇੱਥੇ ਸੀਗਾ, ਉਹ ਫਿਰ ਕੈਨੇਡਾ ਚਲੇ ਗਿਆ। ਫਿਰ ਕੈਨੇਡਾ ਤੋਂ ਫਿਰ ਇੰਡੀਆ, ਉਹ ਕਹਿੰਦਾ ਮੈਂ ਉੱਥੇ ਰਹਿਣਾ। ਉਹਦਾ ਕੰਟਰੋਲ ਸੀ, ਉਹ ਮਰ ਗਿਆ। ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਜਿਹੜੀ ਮੁੰਡਾ ਉਹ ਵੀ ਮਰ ਗਿਆ। ਹੁਣ ਸ਼ੂਗਰ ਸੀ ਉਹਦੀ ਹੁਣ ਜਿਹੜੀ ਆ ਮੁੰਡੇ ਦੀ ਜਿਹੜੀ ਔਰਤ ਆ ਉਹ ਆ ਇਹ ਉਹਦਾ ਜਿਹੜਾ ਹੈਗਾ ਇੱਕ ਲੜਕਾ ਇੱਕ ਲੜਕੀ। ਜਿਹੜੀ ਮੇਰੀ ਸਿਰ 'ਤੇ ਲੜਕੀ ਤਾਂ ਆ ਗਈ, ਫਿਰ ਇੰਗਲੈਂਡ 'ਚ ਲੜਕਾ ਹੀ ਆ ਉੱਥੇ। ਜਿਹੜੀ ਆਪਣੀ ਕਮਿਊਨਿਟੀ ਇੱਥੇ ਸਿੱਖ ਕਮਿਊਨਿਟੀ 'ਚ ਉਹਦਾ ਕੀ ਫਿਊਚਰ ਹੈਗਾ? ਪਾਨਾਮਾ ਕਾਫੀ ਵਧੀਆ ਫਿਊਚਰ ਹੈਗਾ। ਨਵੇਂ ਬੰਦੇ ਆਉਂਦੇ ਜਾਂ ਨਹੀਂ? ਨਵੇਂ ਬੰਦੇ ਕੋਈ ਆਉਂਦੇ ਨਹੀਂ, ਬਹੁਤ ਥੋੜ੍ਹੇ ਆਉਂਦੇ ਆ। ਕੋਈ ਜਿਹਨੇ ਆਪਣਾ ਮਗਾ ਜਾਂ ਤਾਂ ਵਿਆਹ ਕੀਤਾ ਹੈ ਜਾਂ ਔਰਤ ਆ ਜਾਂ ਇਸ ਤਰ੍ਹਾਂ ਕੋਈ ਨਵਾਂ ਹੋਰ ਖਾਸ ਗਿਣ ਕੇ ਹੋ ਜਾਏ 2-4-5 ਹੋਣਗੇ, ਬਾਲੇ ਨਹੀਂ ਗਿਣ ਹੋ ਸਕਦੇ। ਇਹ ਨਹੀਂ ਹੋ ਸਕਦਾ ਬਈ ਇਹ ਬਾਲੇ ਆ, ਇਹ ਨਹੀਂ ਗਿਣ ਹੋ ਸਕਦੇ ਕੋਈ ਖਾਸ ਤੌਰ ਪਰ। ਮੈਂ ਜਦ ਤੈਨੂੰ ਦੱਸਿਆ ਕਿ ਇੱਥੇ ਕੋਈ ਲਾ ਨਹੀਂ ਹੈ ਨਾ, ਇੱਥੇ ਜੋ ਜਿਹੜਾ ਕੋਈ ਵੀਜ਼ਾ ਕਢਾਉਂਦਾ ਉਹ ਕਹਿੰਦੇ $20,000 $20,000 ਦੇ ਇੱਥੇ ਕੀ ਕਰੇ। ਇਹ ਜਿਹੜਾ ਉਹਨਾਂ ਕੰਟਰੀਆਂ 'ਚ ਲਾ ਹੈਗੇ, ਜਿੱਦਾਂ ਹੁਣ ਕੈਨੇਡਾ 'ਚ ਲਾ ਆ ਜਾਂ ਸਟੇਟ 'ਚ ਲਾ ਆ ਜਾਂ ਇੰਡੀਆ 'ਚ ਲਾ ਹੋਣੇ ਆ। ਮੇਰੀ ਸਮਝ 'ਚ ਕਿੱਦਾਂ ਪਤਾ ਨਹੀਂ ਕਿੰਨੇ ਆ ਉੱਥੇ ਕਿਸ ਤਰ੍ਹਾਂ ਦਾ, ਸਮਝਿਆ ਨਹੀਂ। ਇੱਥੇ ਲਾ ਹੈਗਾ, ਪੈਸਾ ਦਿਓ ਕਰੋ, ਨਹੀਂ ਤਾਂ ਨਹੀਂ। ਪਰ ਤੁਸੀਂ ਇੱਥੇ ਖੁਸ਼ ਹੈਗੇ? ਤੁਸੀਂ ਪਾਨਾਮਾ ਰਹਿ ਕੇ ਸਾਰੀ ਉਮਰ? ਸਾਰੇ ਹੁਣ ਜਾਣਦਾ ਇਹਨਾਂ ਨੂੰ। ਜਿਹੜੇ ਅਸੈਂਬਲੀ 'ਚ ਜਿਹੜੇ ਕੰਮ ਕਰਦੇ ਆ, ਜਿਹੜੇ ਅਸੈਂਬਲੀ ਆ ਡਿਪੂ ਦਾ ਦਿਓ, ਉਹ 6 ਡਿਪੂ ਦਾ ਮੇਰੇ ਨਾਲ ਕੰਮ ਕਰ ਗਏ ਜਿਹੜੇ ਹੋਣੇ ਆ। ਅੱਗੇ ਵੀ ਮੇਰੇ ਨਾਲ ਕੰਮ ਕਰਦੇ ਰਹੇ ਆ ਜਾਂ ਕੰਮ ਮੇਰਾ ਚੰਗਾ ਸੀ। ਉਹ ਮੈਨੂੰ ਪਤਾ ਜਿੱਦਾਂ ਦੇ ਹੈਗੇ ਉਹ ਠਾ ਗਿਆ ਸਾਰੇ। ਉਹ ਨਹੀਂ ਉੱਦਾਂ ਦੇ ਲਾਭ ਬਣਾਉਣਾ, ਚੋਰਾਂ ਨੇ ਆਪਣਾ ਲਾਭ ਬਣਾਉਣਾ। ਐਂਡ ਗਾਹਾਂ ਤੁਸੀਂ ਜਿਹੜੇ ਪੁਰਾਣੇ ਬਜ਼ੁਰਗ ਆਏ ਸੀ, ਬਹੁਤ ਪੁਰਾਣੇ ਤੋਂ ਪਹਿਲਾਂ ਆਏ ਸੀ, ਉਹਨੇ ਕੀ ਇੱਥੇ ਲੋਕਲ ਸਪੈਨਿਸ਼ ਨਾਲ ਵਿਆਹ ਕੀਤਾ, ਉਹਨਾਂ ਦਾ ਕੀ ਹਾਲ ਹੋਇਆ? ਨਾ ਸਪੈਨਿਸ਼ ਦਾ ਵਿਆਹ ਮੈਂ ਬਹੁਤ ਬਾਅਦ 'ਚ ਕੀਤਾ, ਜਦੋਂ ਔਰਤ ਮਰ ਗਈ ਮੇਰੀ। ਹਾਂ ਉਹ ਪਹਿਲਾਂ ਆਏ ਸੀਗਾ। ਉਹ ਤਾਂ ਮੈਂ ਬਾਬੇ ਨੂੰ ਜਾਣਦਾ, ਹੋਰ ਉਹਦੀ ਦਾਦੀ ਨੂੰ ਮੈਂ ਨਹੀਂ ਜਾਣਦਾ। ਇਹ ਬਾਪ ਸੀਗਾ, ਉਹਦੇ ਬਾਪ ਦੇ, ਮੇਰੇ ਬਾਪ ਦੇ ਇੱਕ ਹੋਰ ਭਰਾ ਸੀ, ਉਹ ਵੀ ਮਰ ਗਿਆ। 2-3 ਭੈਣਾਂ ਆ, ਉਹ ਇੱਕ ਭੈਣ ਮੈਂ ਜਾਣਦਾ, ਦੂਸਰੀ ਵੀ ਮਰ ਗਈ ਮੇਰੀ ਸਮਝ। ਜਦੋਂ ਮੈਂ ਗਿਆ ਉਹਨਾਂ ਦੇਖਿਆ ਸੀ ਇਹ ਆ ਬਹੁਤ ਚਿਰ ਉਹਲਾ, ਮੈਨੂੰ ਹੁਣ ਉਹਨਾਂ ਦਾ ਨਹੀਂ ਪਤਾ। ਤੁਸੀਂ ਵਿਆਹ ਕੀਤਾ ਸੀ, ਇੰਡੀਆ ਕੀਤਾ ਸੀ, ਤੁਸੀਂ ਆਪਣਾ ਵਿਆਹ ਇੰਡੀਆ ਕਰਾਇਆ। ਜਿਹਨੇ ਇੱਥੇ ਆਪਣੇ ਵਿਆਹ ਇੱਥੇ ਲੋਕਲ ਨਾਲ ਸਪੈਨਿਸ਼ ਨਾਲ ਕਰਾਇਆ ਸੀ, ਉਹਨਾਂ ਦਾ ਕੀ ਫਰਕ ਹੋਇਆ? ਉਹਨਾਂ ਦੀ ਲਾਤ ਦੇ ਵਿੱਚ, ਗਾਹਾਂ ਪਨੀਰੀ ਦੇ ਵਿੱਚ ਕੀ ਫਰਕ ਪੈ ਗਿਆ ਸੀ? ਇਹ ਤਾਂ ਹੈਗਾ ਇਹ ਫਰਕ ਆ, ਜਿਹੜਾ ਇੰਡੀਆ 'ਚ ਵਿਆਹ ਕਰਦੇ ਆ ਉਹ ਜਾਣੀ ਕਨੈਕਸ਼ਨ ਕਰਦੇ ਆ। ਉਹ ਤਾਂ ਜਾਂ ਵਿਆਹ ਕਰ ਦਿੱਤਾ, ਹਾਂ ਤੇ ਮੈਂ ਹੁਣ ਨਿਆਣਾ ਹੋ ਗਿਆ ਚਲੇ ਜਾ। ਜਾਂ ਤਾਂ ਇੱਥੇ ਜਿਹੜਾ ਉਹ ਹੈਗਾ ਜਿਹੜਾ ਵਿਆਹ, ਜੇ ਤੂੰ ਚਾਹੁੰਦਾ ਉਹ ਤੈਨੂੰ ਚਾਹੁੰਦੀ ਆ, ਕਰਦੇ ਆ। ਕੋਈ ਐਸਾ ਕਦੀ ਉਹਨਾਂ ਦਾ ਕੋਈ ਡਿਫਰੈਂਟ ਨਹੀਂ ਪੈਂਦਾ। ਗਾਹਾਂ ਉਹਨਾਂ ਦੀ ਜਿਹੜੀ ਲੈ ਤਾਂ ਗਾਹਾਂ ਬੱਚੇ ਗਾਹਾਂ ਹੋਏ ਪਨੀਰੀ, ਉਹ ਮੇਰੇ ਕੋਲ ਹੈਗੇ, ਲੜਕੀ ਆ ਮੇਰੀ, ਉਹਦੇ ਲੜਕੀ ਦੇ ਲੜਕੇ ਆ, ਉਹ ਬਹੁਤ ਪਿਆਰ ਕਰਦੇ ਆ। ਉਹ ਮੇਰੀ ਸਮਝੇ ਤਾਂ ਮੈਂ ਇੰਡੀਆ ਵਾਲੇ ਵੀ ਜਿੱਦਾਂ ਉਹਨਾਂ ਨੂੰ ਵੀ ਜ਼ਿਆਦਾ ਕਰਦੇ ਆ। ਉਹ ਪੜ੍ਹੇ ਲਿਖੇ ਆ, ਇੱਕ ਡਾਕਟਰ ਹੈ, ਇੱਕ ਡਾਕਟਰ ਨਹੀਂ ਆ, ਇੱਕ ਹੈਗਾ ਉਹ ਇੰਜੀਨੀਅਰ ਹੋਇਆ ਆ, ਉਹ ਉਸ ਤੋਂ ਪੜ੍ਹ ਕੇ ਆਇਆ ਸਟੇਟ 'ਚੋਂ, ਉਹਨੂੰ ਕੰਮ ਇੱਕਦਮ ਮਿਲ ਗਿਆ। ਹਮੇਸ਼ਾ ਮੇਰੇ ਨਾਲ ਉਹੋ ਹੀ ਇੱਥੇ ਉਹ ਮੈਨੂੰ ਹਮੇਸ਼ਾ ਉੱਤੇ ਰਹਿੰਦੇ ਆ। ਜੇ ਕੋਈ ਬਿਮਾਰ ਹੋਵੇ ਜਾਂ ਕੋਈ ਗੱਲ ਹੋਵੇ ਇੱਕਦਮ ਆ ਜਾਂਦੇ। ਉਹ ਆਪਣੀ ਪੰਜਾਬੀ ਭਾਸ਼ਾ ਨਾਲ ਜੁੜੇ ਹੋ ਹੈਗੇ, ਪੰਜਾਬੀ ਭਾਸ਼ਾ ਜਾਂ ਸਿੱਖ ਧਰਮ ਨਾਲ। ਹਾਂ, ਉਹ ਜਿਹੜੇ ਇੱਥੇ 1-2 ਵਾਰ ਮੈਂ ਲੈ ਕੇ ਆਇਆ, ਉਹਨਾਂ ਨੂੰ ਪਤਾ ਨਹੀਂ ਲੱਗਦਾ ਇੱਥੇ ਸਪੈਨਿਸ਼ ਹੋਵੇ। ਮੈਂ
ਇਹ ਸਰਦਾਰ ਨੇ ਮੈਨੂੰ ਦਿੱਤਾ ਪੜ੍ਹਨੇ ਲਈ ਕਾਇਦਾ। ਮੈਂ ਕਿਹਾ ਮੈਂ ਗੁਰਮੁਖੀ ਸਿੱਖ ਸਕਦਾ? ਮੈਨੂੰ ਗੁਰਮੁਖੀ ਨਹੀਂ ਆਈ, ਉਹ ਸਿੱਖ ਗਿਆ, ਉਹ ਸਿੱਖ ਗਿਆ ਗੁਰਮੁਖੀ। ਜਾਂ ਮੈਨੂੰ ਤਾਂ ਉਸ ਟਾਈਮ ਦੇ ਵਿੱਚ ਜਾਂ ਸੀ ਫਾਰਸੀ, ਅਰਬੀ ਤਾਂ ਉਰਦੂ, ਹੁਣ ਉੱਥੇ ਹੈ ਨਹੀਂ ਮੇਰੀ ਸਮਝ। ਹੈਂ ਇਸ ਤਰ੍ਹਾਂ ਆ। ਹੁਣ ਉੱਥੇ ਕੀ ਚੱਲਦਾ? ਹੁਣ ਗੁਰਮੁਖੀ ਚੱਲਦੀ ਆ, ਉਰਦੂ ਫਾਰਸੀ ਨਹੀਂ ਚੱਲਦੀ। ਫਾਰਸੀ ਹੈਗੀ ਆ ਈਰਾਨ ਦੀ, ਉਰਦੂ ਹੈਗਾ ਹੁਣ ਪਾਕਿਸਤਾਨ 'ਚ ਚੱਲਦਾ। ਉਰਦੂ ਮੈਂ ਪੜ੍ਹਿਆ। ਹੁਣ ਜਿਹੜਾ ਮੇਰੇ ਕੋਲ ਗੁਟਕਾ ਹੈਗਾ ਜਿਹੜਾ ਪਾਠਖਾਨੇ ਦਾ, ਉਰਦੂ ਦੇ ਆ, ਜਪਜੀ ਸਾਹਿਬ ਦਾ ਮੇਰੇ ਕੋਲ ਉਰਦੂ ਦਾ, ਗੁਰਮੁਖੀ ਦਾ ਨਹੀਂ। ਮੈਂ ਗੁਰਮੁਖੀ ਪੜ੍ਹ ਕੇ ਰਾਜੀ ਸੀ। ਮੈਨੂੰ ਹੁਣ ਮੇਰੀ ਸਮਝ ਜੋ ਬੁੜਾ ਹੋ ਜਾਂਦਾ ਉਹਨੂੰ ਸਮਝ ਨਹੀਂ ਆਉਂਦੀ, ਛੇਦਣ ਸਮਝ ਨਹੀਂ ਸਕਦਾ। ਇਹ ਮੇਰੀ ਸਮਝ, ਮੇਰੇ ਖਿਆਲ 'ਚ ਮੈਂ ਸਿੱਖ ਜਾਊਂ, ਨਹੀਂ ਸਿੱਖਿਆ। ਉਹ ਸਮਾਂ ਜਿਹੜੇ ਮੁੰਡੇ ਆ ਉਹ ਸਿੱਖ ਗਏ, ਉਹ ਇੱਕਦਮ ਸਿੱਖ ਜਾਂਦੇ। ਕਹਾਂ ਤੁਸੀਂ ਕੀ ਕਹੋਗੇ? ਤੁਹਾਡਾ ਦਿਲ ਕਿੱਥੇ ਵੱਸਦਾ? ਤੁਸੀਂ ਪਾਨਾਮਾ ਸਾਰੀ ਲਾਈਫ ਰਹੇ, ਭਾਸ਼ਾ ਵੀ ਇੱਥੇ ਦੀ ਬੋਲਦੇ, ਪੰਜਾਬ ਆਉਣਾ ਜਾਣਾ ਤੁਹਾਡਾ ਇੰਨਾ ਹੋਇਆ ਨਹੀਂ। ਤੁਸੀਂ ਹੁਣ ਪੰਜਾਬੀ ਜਾਂ ਪਾਨਾਮੇਨੀਅਨ ਜਾਂ ਸਪੈਨਿਸ਼ ਜਾਂ ਸਿੱਖ ਹੈਗੇ, ਤੁਹਾਡੇ ਕੀ ਔਲਾਦ ਹੈਗੀ ਤੁਹਾਡੇ ਦਿਲ ਦੇ ਵਿੱਚ? ਮੈਂ ਇੱਥੇ 60 ਸਾਲ ਦੇ ਉੱਤੇ ਰਹਿੰਦਾ। ਮੈਂ ਅੱਜ ਜਿਹੜਾ ਮੇਰਾ ਹੈਗਾ, ਮੈਂ ਇੱਥੇ ਦਾ ਹੋ ਸਕਦਾ, ਪਾਸਪੋਰਟ ਇੱਥੇ ਦਾ ਬਣ ਸਕਦਾ। ਮੈਂ ਇੰਡੀਆ ਦੇ ਪਾਸਪੋਰਟ ਰੱਖਿਆ। ਜੋ ਮੈਂ ਹੁਣ ਫਰਕ ਗਿਆ ਕੰਮ ਕੁਮ ਜਿਹੜਾ ਕਰਦਾ, ਮੈਨੂੰ ਰਾਈਟ ਆ ਪੂਰਾ ਲਾ ਦੇ ਹਿਸਾਬ ਨਾਲ। ਉਹ ਜਾਂ ਉਹਨਾਂ ਨੂੰ ਪੈਸੇ ਦਿਓ ਆਪਣੇ ਨਾਂ ਸਾਰੇ ਜਿਹੜੀ ਉਹ ਹੁਣ ਮੇਰੇ ਇੱਕ ਹੈਗਾ ਅੱਧਾ ਪਾਰਟ ਵੇਚਣੇ ਦਾ ਹੈਗਾ ਇੱਥੇ ਕਹੀਏ ਸਟਰੀਟ 14 'ਚ, ਉਹ ਅੱਧ ਮੇਰਾ ਉਹਦਾ ਉਹ ਹੈਗਾ ਪਾਰਟ ਸੈਕਿੰਡ ਹੈਂਡ ਜਿਹੜੇ ਵੇਚੀ ਦੇ ਆ, ਉਹਦੇ ਨਾਂ ਦੇ ਉਹ ਮੇਰਾ ਨਾਂ ਆ। ਨਹੀਂ ਕੋਈ ਐਸਾ ਹੈ ਹੀ ਨਹੀਂ। ਕਿਉਂ? ਜਦ ਤੂੰ ਬਹੁਤ ਸਾਲਾਂ ਦਾ ਰਹਿੰਦਾ, ਜਿਹੜੇ ਉਹ ਕੰਮ ਜਿਹੜੇ ਕਰਦੇ ਹੋ ਅੱਗੇ ਮੈਂ ਨਾ ਕਰ ਗਏ ਬਾਲੇ। ਤੁਸੀਂ ਆਪਣੇ ਆਪ ਨੂੰ ਕੀ ਸਮਝਦੇ, ਪੰਜਾਬੀ ਸਿੱਖ ਜਾਂ ਪਾਨਾਮੇਨੀਅਨ? ਨਾ ਮੈਂ ਪੰਜਾਬੀ ਸਿੱਖਿਆ। ਦਿਲ ਤੁਹਾਡਾ ਪੰਜਾਬ 'ਚ? ਹਾਂ, ਉਹ ਹਮੇਸ਼ਾ ਇੰਡੀਆ 'ਚ, ਹਮੇਸ਼ਾ ਉੱਧਰ ਮੇਰਾ ਪਿਆਰ ਹੀ ਬਣਾ। ਮੈਂ ਕਦੀ ਪਾਸਪੋਰਟ ਨਹੀਂ ਚੇਂਜ ਕਰਾਇਆ। ਮੈਂ ਪਾਸਪੋਰਟ ਕਰਾ ਸਕਦਾ ਸੀ। ਬੱਚੇ ਤੁਹਾਡੇ ਪੰਜਾਬੀ ਬੋਲਦੇ? ਬਸ ਥੋੜ੍ਹੀ ਬਹੁਤੀ ਜਿਹੜੇ ਹੈਗੇ ਆ ਉੱਥੇ ਉਹ ਤਾਂ ਬੋਲਦੇ ਆ, ਜਿਹੜੇ ਇੱਥੇ ਉਹ ਵੀ ਬੋਲਦੇ ਆ ਥੋੜ੍ਹੀ ਬਹੁਤੀ, ਉਹ ਸਿੱਖਦੇ ਆ। ਜਾਂ ਉਹ ਹੈਗੇ ਆ ਤੇਜ਼ ਸਿੱਖਦੇ ਆ। ਹੋਰ ਸੁਣੋ। ਭਾਸ਼ਾ ਕਿੰਨੀ ਜ਼ਰੂਰੀ ਹੈਗੀ ਭਾਸ਼ਾ ਨਾਲ ਕਨੈਕਸ਼ਨ ਰੱਖਣ ਦੀ? ਆਪਣੀ ਪੰਜਾਬੀ ਭਾਸ਼ਾ ਨਾਲ ਬੰਦਾ ਜੋੜਦਾ, ਉਹਦਾ ਫਿਰ ਸਾਰਾ ਕੁਛ ਰਹਿ ਜਾਂਦਾ। ਧਰਮ, ਸੱਭਿਆਚਾਰ, ਪੰਜਾਬ ਦੀ ਕਨੈਕਸ਼ਨ, ਭਾਸ਼ਾ ਕਿੰਨੀ ਜ਼ਰੂਰੀ ਤੁਹਾਡੇ ਸਮਝ? ਭਾਸ਼ਾ ਦਾ ਕੀ ਮਤਲਬ? ਭਾਸ਼ਾ ਲੈਂਗੁਏਜ। ਲੈਂਗੁਏਜ ਮੇਰੀ ਚਿੱਤ ਕਰਦਾ, ਗੁਰਮੁਖੀ ਨੂੰ ਨਹੀਂ ਮੈਨੂੰ ਆਉਂਦੀ। ਮੈਂ ਬੋਲਦਾ, ਲਿਖਣੀ ਨਹੀਂ ਆਉਂਦੀ, ਪੜ੍ਹਨੀ ਨਹੀਂ ਆਉਂਦੀ, ਬਸ ਟਰਾਈ ਕਰਦਾ, ਨਹੀਂ ਆਉਂਦੀ। ਮੇਰੇ ਚੇਚੇ ਮੈਂ ਸਿੱਖ ਜਾਊਂਗਾ। ਜਿੱਦਾਂ ਇਹ ਸਿੰਘ ਨੇ ਮੈਨੂੰ ਦਿੱਤਾ ਗੁੜ, ਮੈਂ ਕਿਹਾ ਮੈਂ ਸਿੱਖ ਜੂ ਇੱਕ ਦੋ ਮਹੀਨਿਆਂ 'ਤੇ ਕਿ ਕੋਈ ਸਿੱਖ ਹੀ ਨਹੀਂ ਸਕਿਆ। ਉਹ ਜਦੋਂ ਊੜਾ ਐੜਾ ਜਿਹੜਾ ਉਹ ਮੈਂ ਭੁੱਲ ਜਾਂਦਾ। ਜਿੱਦਾਂ ਅਲਬੇ ਪੇ ABC ਜਾਂ ਮਾਹੌਲ ਕੀ ਹੁਣ ਸਿੱਖ ਕਮਿਊਨਿਟੀ ਦਾ ਗੁਰਦੁਆਰੇ ਸਾਹਿਬ ਆ ਕੇ ਤੁਹਾਨੂੰ ਕਿਸ ਤਰ੍ਹਾਂ ਮਾਹੌਲ ਲੱਗਦਾ? ਗੁਰਦੁਆਰਾ ਆ ਕੇ ਤਾਂ ਗੁਰਦੁਆਰੇ 'ਤੇ ਦੇਖੇ ਨਾ ਸਵੇਰ ਨੂੰ, ਜਿੱਦਾਂ ਸਾਨੂੰ ਸਾਡੇ ਪਿੰਡ ਹੈਗਾ ਗੁਰਦੁਆਰਾ ਬਹੁਤ ਭਾਰਾ, ਉੱਥੇ ਸ਼ਹਿਰਾ ਉਹਨੇ ਦੀ ਮਿਹਰਬਾਨੀ ਆ, ਉੱਥੇ ਮੈਂ ਜਾਂਦਾ ਹੁੰਦਾ ਸੀ। ਇਸ ਕਰਕੇ ਉਸੇ ਟਾਈਮ ਦੇ ਵਿੱਚ ਜਿੱਦਾਂ ਮੇਰੇ ਮਾਂ ਬਾਪ ਨੇ ਸੁਣਾਇਆ ਪਾਠ ਕਰੋ, ਹਮੇਸ਼ਾ ਹੀ ਕਰਦੇ ਰਹੀਦਾ। ਗੁਟਕਾ ਜਿਹੜਾ ਉਰਦੂ ਦਾ ਉਸੇ ਤਰ੍ਹਾਂ ਹੀ ਇੱਥੇ ਹਮੇਸ਼ਾ ਆਓ। ਇਹ ਤਾਂ ਛੇਕੜ ਜਾ ਕੇ ਪੈਸੇ ਪੂਸਿਆਂ ਦੀ ਕੋਈ ਲੋੜ ਨਹੀਂ ਹੈ। ਇਹ ਛੇਕੜ ਜਾ ਕੇ ਹਿਲ ਜਾਣਾ, ਹੋਰ ਤਾਂ ਕੋਲ ਜਾਣਾ ਨਹੀਂ। ਆਖਰੀ ਦੇ ਵਿੱਚ ਤੁਹਾਡਾ ਕੀ ਸੁਨੇਹਾ ਹੈਗਾ? ਸਾਰੀ ਸਿੱਖ ਕਮਿਊਨਿਟੀ ਤੁਹਾਨੂੰ ਦੁਨੀਆ 'ਚ ਦੇਖਦੀ ਹੈਗੀ, ਸਿੱਖ ਚੈਨਲ ਰਾਹੀਂ ਤੁਹਾਡਾ ਕੀ ਸੁਨੇਹਾ ਹੈਗਾ ਸਾਰੇ ਸਿੱਖ ਭਾਈਚਾਰੇ ਨੂੰ? ਨਾ ਜਿਹੜੇ ਇੱਥੇ ਸਿੱਖਿਆ ਉਹ ਆਉਂਦੇ ਧਰਮ। ਤੁਹਾਡਾ ਕੀ ਸੁਨੇਹਾ ਹੁਣ ਸਾਰੀ ਦੁਨੀਆ ਸਿੱਖਾਂ ਆਪਣਾ ਸੁਨੇਹਾ? ਸਾਰੀ ਦੁਨੀਆ ਨੂੰ ਆਪਣੀ ਲਾਈਨ 'ਚ ਪੱਕੇ ਰਹਿਣਾ ਨਾ, ਸਿੱਖ ਪੱਕੇ ਰਹਿਣ, ਉਹਨਾਂ ਰੱਬ ਦਾ ਨਾਂ ਲਓ। ਜਿਹੜੇ ਸਾਡੇ ਹੈਗਾ ਗੁਰੂ ਨਾਨਕ ਸਾਹਿਬ, ਉਹਦੀ ਚਾਲ 'ਚ ਚੱਲੋ। ਇੱਕੋ ਰੱਬ ਆ, ਹੋਰ ਹੈ ਹੀ ਨਹੀਂ ਮੇਰੀ ਸਮਝ ਦੇ ਵਿੱਚ। ਜਿਹੜਾ ਹੈਗਾ ਮੇਰਾ ਖਿਆਲ ਆ, ਜਾਣੀ ਰੱਬ ਦੇ ਰੂਪ ਗੁਰੂ ਨਾਨਕ ਸਾਹਿਬ 'ਚ ਆਇਆ।
ਰੱਬ ਤਾਂ ਬਹੁਤ ਹੀ ਬੜਾ ਹੈ, ਉਹ ਨਹੀਂ ਭੇਜਿਆ। ਭਈ ਸੁਣਾਓ ਕਿਉਂ ਜਿਹੜੇ ਧਰਮ ਆ ਜਿਹੜੇ ਫਰਜ਼ ਕੀਤਾ ਉਹ ਕ੍ਰਿਸਤੀਆਂ ਨੂੰ ਨਹੀਂ ਗਿਆ। ਮੈਂ ਤਾਂ ਇਹ ਗੁਰਦੁਆਰਾ ਇੱਥੇ ਚਰਚ ਵਿੱਚ ਵੀ ਜਾਂਦਾ ਰਿਹਾ, ਇਹ ਗੁਰਦੁਆਰੇ ਵੀ ਇੱਥੇ ਆਉਣਾ, ਸਿਰਫ ਮਸਜਿਦ ਵਿੱਚ ਮੈਂ ਗਿਆ ਪਰ ਦੂਰ ਰਿਹਾ, ਅੰਦਰ ਨਹੀਂ ਹਾਲੇ ਬੜਿਆ ਉੱਥੇ। ਕਿਉਂ ਕਹਿਣਾ ਕਿਉਂ ਕੋਈ ਵੀ ਜਿਹੜਾ ਗੁਰਦੁਆਰਾ ਜਿਹੜਾ ਕੋਈ ਵੀ ਧਰਮ ਸਾਰੇ ਚੰਗੇ ਆ ਜਾਂ ਜਿੱਦਾਂ ਸਾਰੀਆਂ ਗੌਰਮੈਂਟ ਨੇ ਚੰਗੀਆਂ ਪਰ ਚਲਾਉਣ ਵਾਲੇ ਖਰਾਬ ਆ। ਤਾਂ ਹੁਣ ਦੇਖੇ ਨਾ ਜਿਹੜੇ ਗੁਰੂ ਨਾਨਕ ਸਾਹਿਬ ਨੇ ਉਹ ਅਟੱਕ ਹਿੰਦੂਆਂ 'ਤੇ ਕੀਤੀ ਆ, ਉਹਨੇ ਕਦੀ ਕ੍ਰਿਸਚੀਅਨ ਦੇ ਵਿੱਚ ਨਹੀਂ ਕੀਤੀ, ਮੁਸਲਮਾਨਾਂ 'ਤੇ ਨਹੀਂ ਕੀਤੀ। ਕਿਉਂ ਇਹਨਾਂ ਦਾ ਮਤਲਬ ਇਹ ਇੱਕੋ ਹੀ ਰੱਬ ਨੂੰ ਸਮਝਦੇ ਰਹੇ, ਇੱਕ ਰੱਬ। ਇਹ ਮੁਸਲਮਾਨ ਵੀ ਇੱਕ ਰੱਬ। ਹੁਣ ਜਿਹੜਾ ਗੁਰੂ ਨਾਨਕ ਸਾਹਿਬ ਉਹਨ ਵੀ ਕਿਹਾ ਇੱਕ ਰੱਬ। ਜਿਹੜੇ ਹਿੰਦੂ ਆ ਉਹਨੇ ਕਈ ਰੱਬ ਬਣੇ ਹੋਏ ਆ, ਜਿੱਦਾਂ ਬ੍ਰਹਮਾ, ਉਹ ਸ਼ਿਵਾ, ਉਹ ਦੂਸਰਾ ਕਈ ਹੋਰ ਆ ਜਾਂ ਸਾਰਾ ਕਈ ਆ। ਇਹ ਤਾਂ ਉਹਨੇ ਇਹ ਕਿਹਾ ਜਿੱਦਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਮੈਂ ਇਹਨਾਂ ਨੂੰ ਨਰੇਟ ਨਹੀਂ ਕਰ, ਮੈਂ ਇਹਨਾਂ ਨੂੰ ਮੰਨ ਨਹੀਂ ਸਕਦਾ ਕਿਉਂ ਕੋਈ ਦੱਸਦੇ ਨਹੀਂ। ਆਪਣੇ ਜਪਜੀ ਸਾਹਿਬ ਦੇ ਵਿੱਚ ਕਿਹਾ ਆ ਜਾਂ ਇਹ ਤੁਸੀਂ ਇਸ ਕਰਕੇ ਮੇਰੀ ਸਮਝ ਦੇ ਵਿੱਚ ਹੈ ਤਾਂ ਰੱਬ ਇੱਕੋ ਹੀ, ਅਤੇ ਜਿਹੜੇ ਥੱਲੇ ਜੇ ਮੰਨਣ ਵਾਲੇ ਆ ਉਹ ਆਪਣੀ ਲੈਣ ਦੇ ਵਿੱਚ ਚੱਲਦੇ ਆ। ਇਹ ਹਰੇਕ ਨੂੰ ਰਿਸਪੈਕਟ ਕਰੀਏ, ਦੱਸ ਦਿਓ ਇਸ ਤਰ੍ਹਾਂ ਕਰ, ਨਹੀਂ ਮੰਨਦਾ ਬਈ ਉਹਦੀ ਮਰਜ਼ੀ ਜਾਂ ਇਹ ਮੇਰਾ ਖਿਆਲ ਹੈ। ਅੱਗੇ ਆਪਣਾ ਤੂੰ ਖਿਆਲ ਦੱਸੋ। ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਫਕੀਰ ਸਿੰਘ ਜਿਹੜੇ ਬੇਅੰਤ ਸਾਹਿਬ ਇੱਥੇ ਨੂੰ ਕਾਫੀ ਦੇਰ ਹੋ ਗਈ ਰਹਿੰਦੀ, ਇਹਨੂੰ ਸਾਰੀ ਉਮਰ ਬੀਤੇ ਪਾਨਾਮਾ ਦੇ ਵਿੱਚ, ਕਾਫੀ ਵਧੀਆ ਤਰੱਕੀ ਕੀਤੀ, ਮਿਹਨਤ ਵੀ ਬਹੁਤ ਕੀਤੀ। ਜਿੱਥੇ ਵੀ ਪੰਜਾਬੀ ਜਾਂਦੇ ਮਿਹਨਤੀ ਬਹੁਤ ਹੈ ਆਪਣੇ ਪੰਜਾਬੀ ਲੋਕ। ਆਹੋ ਪੰਜਾਬੀ ਵਾਲੇ ਬਾਹਲੇ ਚੰਗੇ ਆ ਕੰਮ ਕਰਨ ਵਾਲੇ। ਹੈਂ ਹਾਂਜੀ, ਤੁਹਾਡੀ ਉਮਰ ਕਿੰਨੀ ਹੈ ਇਸ ਵੇਲੇ? ਉਮਰ 80 ਸਾਲ ਦੇ ਉੱਤੇ ਆ, ਉਮਰ ਬਥੇਰੀ ਆ। ਮੈਂ ਜੇ 60 ਸਾਲ 50 ਨਹੀਂ ਬਈ ਜਾਂਦਾ ਰਿਹਾ ਕਈ ਕੰਟਰੀਆਂ ਦੇ ਵਿੱਚ, ਸਟੇਟ ਵਿੱਚ, ਕੈਨੇਡਾ ਵਿੱਚ, ਇੰਗਲੈਂਡ ਵਿੱਚ, ਇੰਡੀਆ ਕਈ ਜਾਂਦਾ ਰਿਹਾ ਨਾ। ਕਈ ਵਾਰ ਜਾਣਾ ਪੈਂਦਾ, ਹਮੇਸ਼ਾ ਜਾਈ ਚਲੀ ਜਾਈ। ਤਾਂ ਹੁਣ ਵੀ ਮੇਰਾ ਇਰਾਦਾ ਕੈਨੇਡਾ 'ਚ ਜਾਣੇ ਦਾ, 6 ਮਹੀਨੇ ਉੱਥੇ ਰਹਿਣ। ਮੁੰਡਾ ਕਹਿੰਦਾ ਉਹ ਕਾਗਜ਼ ਬਣਾਉਂਦਾ, ਵੇਖੋ ਵੀਜ਼ਾ ਹੈਗਾ ਮੁਲਤੀ ਵੀਜ਼ਾ ਇਹਨਾਂ 10 ਸਾਲਾਂ ਦਾ ਜਾ ਸਕਦਾ, ਪਰ ਉਹ ਰਹਿਣੇ ਦਾ ਉਹ ਕਹਿੰਦਾ 6 ਮਹੀਨੇ ਇੱਥੇ ਰਹਿ, ਜੋ ਠੰਡ ਆ ਇੱਥੇ ਆ ਜਾ, ਨਹੀਂ ਠੰਡ ਤਾਂ ਉੱਥੇ ਚੱਲ। ਉੱਥੇ ਉਹਦੇ 2 ਮੇਰੇ 5 ਤਾਂ ਪੋਤੇ ਆ ਅਤੇ 1 ਪੋਤੀ ਆ। 5 ਜਾਨੀ ਜਿਹੜੇ ਲੜਕੇ ਦੇ ਆ ਉਹਦੇ 2 ਮੁੰਡੇ ਆ, ਪੜ੍ਹੇ ਲਿਖੇ ਕੰਮ ਕਰਦੇ ਆ, 3 4 5 ਡਿਗਰੀਆਂ ਪਾਸ ਕੀਤੀਆਂ। ਜਿਹੜੇ ਹੈਗੇ ਆ ਉੱਥੇ ਲੜਕੀ ਦੇ ਉਹਦਾ ਹੈਗਾ, ਇੱਕ ਹੈਗਾ ਵਕੀਲ, ਇੱਕ ਹੈਗਾ ਇਹ ਪ੍ਰੋਫੈਸਰ। ਉਹ ਇੱਥੇ ਉਹਦੇ 5-6 ਡਿਗਰੀਆਂ ਕੀਤੀਆਂ ਸਟੇਟ ਵਿੱਚ ਆ। ਹੁਣ ਇਹਨਾਂ ਦੀ ਬਹੁਤ ਆ, 2-2.5 ਲੱਖ ਸਾਲ ਦੀ ਹੈ। ਬਹੁਤ ਬਹੁਤ ਧੰਨਵਾਦ ਜੀ। ਇਸੇ ਸਾਡੇ ਫਕੀਰ ਸਿੰਘ ਜਿਹੜੇ ਪਾਨਾਮਾ ਰਹਿਣ ਵਾਲੇ, ਇਹਨੇ ਆਪਣੀ ਸਾਰੀ ਲਾਈਫ ਸਟੋਰੀ ਦੱਸੀ, ਕਿਸ ਤਰ੍ਹਾਂ ਰਹਿੰਦੇ। ਤੁਹਾਨੂੰ ਅਸੀਂ ਤੰਦਰੁਸਤੀ ਅਰਦਾਸ ਕਰਦੇ ਕਿ ਗਾਹਾਂ ਵੀ ਵਾਹਿਗੁਰੂ ਤੁਹਾਨੂੰ ਮਿਹਰਾਂ ਕਰੇ, ਤੰਦਰੁਸਤੀ ਬਖਸ਼ੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਮ ਨਿਰਗੁਣਿਆਰ ਨੀਚ ਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਸਾਰਗ ਕੰਠ ਮੁਕਤ ਮੋਖ ਪਾਏ, ਏਕ ਨਿਮਖ ਹਰਿ ਕੇ ਗੁਣ ਗਾਏ। ਆਪਨ ਕੀਆ ਨਾਨਕਾ ਆਪੇ ਨਿਜ ਜਾਪੋ। ਆਸ ਕਰੀ ਜਪ ਕਾਲੇ ਕ੍ਰਿਸ਼ਨ ਵਿਦਿਤਾ, ਪਾਪ ਪੁੰਨ ਸਭ ਕਹਤੇ ਉਤਾਰ। ਜਪ ਧਾਰੀ ਆਪਨ ਗੁਣ ਸਮਾਪੁ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਟੀਮ ਪਹੁੰਚੀ ਹੈ ਪਾਨਾਮਾ ਗੁਰਦੁਆਰਾ ਸਾਹਿਬ, ਅਤੇ ਸਾਨੂੰ ਸਿੰਧੀ ਭਰਾ ਮਿਲੇ ਹੈਗੇ ਲక్ష్మణ ਭਾਈ। ਇਹਨਾਂ ਨੂੰ ਜਾਣਕਾਰੀ ਲਈਏ। ਆਪਣਾ ਪੂਰਾ ਨਾਮ ਦੱਸੋ। लक्ष्मण किशन चंद चंदीरामानी।
मैं इधर पनामा में आया था 23 अप्रैल 1978 में। आज मुझे 40 इयर्स हो गए हैं, 40 बरस हो गए हैं मैं इधर पनामा में हूँ। और बीवी इधर है, बच्चे इधर है, मेरा भाई इधर है, मेरी बहन है इधर है, और मेरे पिताजी भी इधर आए थे। मेरे पिताजी अनफॉर्चुनेटली 1993 में गुजर गए इधर पनामा में। मेरे भाई प्रकाश चंदिरामानी वो भी 8 दिसंबर 2018 में गुजर गए इधर पनामा में। पनामा है एक शहर है, बहुत गर्मी होती है, लेकिन जैसा मुझे 40 बरस हो गए हैं, फैमिली इधर है, मेरी बहन इधर है, मेरा भाई इधर है, तो इधर ही रहना पड़ेगा। बच्चे लोग को मैंने कहा एक बार क्या मैं जब भी रिटायर कहूँगा तो इंडिया में चल के बैठेंगे। मेरे बच्चे लोग जैसा इधर पैदा हुए उन लोग बोलते नहीं, रहने का तो इधर पनामा में रहने का है, इंडिया में अगर चलेंगे तो घूमने के लिए चलेंगे। अभी इंडिया की भी पॉल्यूशन, इंडिया में बहुत पॉल्यूशन हो गया है। इंडिया इज़ अ गुड कंट्री, माई मदरलैंड। ऑफ कोर्स आई हैव नॉट रिनाउंस माई पासपोर्ट, ऑल्दो आई कुड रिनाउंस माई पासपोर्ट एंड टेक पनामानियन सिटीजनशिप, बट आई हैव नॉट डन इट because I believe born as an Indian, live as an Indian and die as an Indian. And Sindhi community इतने काफ़ी है, Sindhi community Panama. yes, Sindhi community इधर काफ़ी है, लेकिन इतना मेल झूल नहीं होता है जैसा होना चाहिए। मुझे कुछ अगेंस्ट किसके बारे में नहीं है, लेकिन देखा है क्या स्पेशली सिंधी कम्युनिटी में है, जिसके पास पैसा है वो पैसे लोग के साथ रहते हैं, जो मिडिल क्लास है मिडिल क्लास में रहते हैं, और जो गरीब रहते हैं वो गरीब रहते हैं। इधर ज़्यादा करके मिडिल क्लास एंड रिच पीपल है। आई हैव नथिंग अगेंस्ट द रिच पीपल एंड आई हैव नथिंग अगेंस्ट द मिडिल क्लास। आई एम वन ऑफ द मिडिल क्लास। आई बिलीव एवरीबडी लिव्स अकॉर्डिंग टू देयर ओन सिचुएशन। कहाँ तुसी गुरुद्वारा साहब आते हैं, गुरुद्वारा साहब दर्शन करते हैं, गुरुद्वारा ना जुड़ियो है? गुरुद्वारा में मैं आता हूँ, पहला नहीं आ सकता था क्योंकि मेरा भाई ठीक नहीं रहता था, 4 बरस से लेके ठीक नहीं रहता था, तो नहीं आता था संडे को। उसके पहले आता था बिफोर 4 इयर्स। अभी वापस मेरा भाई जैसा 8 दिसंबर को गुजर गया तो मैं आना शुरू किया है। बीवी के साथ आता हूँ एवरी संडे को, और इधर गुरुद्वारा में आता हूँ। मंदिर में नहीं जाता हूँ क्योंकि आई एम अ स्ट्रॉन्ग बिलीवर इन गुरु नानक, आई एम अ स्ट्रॉन्ग बिलीवर इन द 10 गुरुज एंड इन द ग्रंथ साहब। बहुत खुशी है कि सिंधी कम्युनिटी गुरु नानक देव जी के मैसेज ना जुड़ियो है, गुरुद्वारे ना जुड़ियो है कि दुनिया भर चल जो सिंधी कम्युनिटी गुरुद्वारा साहब जरूर पहुँचते हैं। हाँ, सिख कम्युनिटी का मुझे एक बात अच्छा लगता है कि दे आर वेरी हम्बल पीपल और फॉलोअर्स ऑफ गॉड। और ऑल्दो आई एम सिंधी बट अनफॉर्चुनेटली आई डोंट नो हाउ टू रीड गुरमुखी, आई डोंट नो हाउ टू रीड सिंधी, बट आई नो हाउ टू रीड एंड राइट हिंदी, इंग्लिश एंड स्पेनिश। अभी तो मेरी उम्र है 69 इयर्स की। मालूम नहीं कितने बरस जीऊँगा। तबीयत को कुछ हुआ नहीं है, चलता हूँ, ठीक हूँ, भगवान की दुआ है, गुरु नानक की दुआ है, और आगे बढ़ते रहना है। सिंधी कम्युनिटी को काफ़ी जो पार्टीशन होया है, अपना कोई जगह नहीं रही है। सिंधी दुनिया सारी दुनिया खिल रही है। सिंधी कम्युनिटी सारी दुनिया, सिंधी और जूस सारी दुनिया में है। आप कौन से भी शहर में जाएंगे सिंधी मिलेगा और जू मिलेगा। पनामा में आने के पहले मैं 3 बरस लेगोस नाइजीरिया में था, जिधर मेरे पिता को अपना धंधा था। मैं अपने पिता के साथ था, मेरा बड़ा भाई भी था, मेरी फैमिली मदर फादर सिस्टर सब जन उधर थे। और बाद में जैसा लेगोस की नाइजीरिया की हालत ख़राब हो गई तो इंडिया में गया, इंडिया से एमिग्रेट किया पनामा में। बहुत खुशी है ਤੁਹਾਨੂੰ ਮਿਲ ਕੇ। ਤੁਸੀਂ ਗੁਰਦੁਆਰਾ ਸਾਹਿਬ ਨਾਲ ਜੁੜਿਓ, ਸੇਵਾ ਵੀ ਕਰਦੇ। ਇਸ ਤਰ੍ਹਾਂ ਸੇ ਅਰਦਾਸ ਹੈ ਕਿ ਤੁਹਾਨੂੰ ਤੰਦਰੁਸਤੀ ਵਾਹਿਗੁਰੂ ਬਖਸ਼ੇ, ਤੁਸੀਂ ਸੇਵਾ ਕਰੋ, ਗੁਰਦੁਆਰੇ ਨਾਲ जुड़े रहो। शुक्रिया आपका। कोशिश करूँगा, हर रातवार को इधर आता हूँ गुरुद्वारा में, और भगवान की शांति मिलती है इधर।
घर पे बैठने से इधर शांति मिलती है, सुखी से आता हूँ। इधर दोस्त लोग आते हैं, उन लोग से मिलता हूँ। खाने के बाद, लंगर खाने के बाद घर पे जाता हूँ और खुश हूँ। ਇਹ ਤੁਹਾਡੀ ਪਤੀ ਹੈ, ਤੁਸੀਂ ਕੀ ਕਹੋਗੇ ਕਿ ਠੀਕ ਹੈ ਇਹ ਬੋਲਤੇ हिंदी नहीं बोलते जाए इंग्लिश, ठीक है। ये अच्छे दे है, ये स्पेनिश है। नहीं, ये पेरुवन है, पेरुवन है। मेरी बीवी पेरू की है। एंड इस तरह के साथ किस तरह बनया, किस तरह महाल तुसी पेरू ना शादी की है, पेरू दी लेडी ना कोई मुश्किल आई बोली दी जाए कल्चर दी प्रॉब्लम? नहीं, जैसे जब भी आदमी जवान रहता है तो क्या बोलते, जिसके साथ दिल लगाया उसके साथ शादी किया। मेरा ख्याल यही था बचपन से लेके, जिससे प्यार करूँगा उससे शादी करूँगा। भगवान की दुआ से उससे शादी किया। मेरे पिता ने मुझे अच्छी सलाह दी है कि बीवी को कभी छोड़ना नहीं, क्योंकि हमारा हिंदुस्तानी का रवाज है। क्या हमारे हिंदुस्तानी समझते हैं क्या, जब भी कौन हिंदुस्तानी दूसरी लड़की से शादी करता है तो शादी टूट सकती है। मेरे पिताजी मेरे बीवी को पहचाना। इधर मेरे पिताजी इधर आए थे, इधर 82 से लेके 93 तक। मेरे पिताजी ने मेरे को सलाह दी थी कि आप बीवी को कभी छोड़ना नहीं। थोड़े बच्चे हैं? दो बच्चे हैं। बच्चे थोड़े सिंधी ना जुड़ियो है, सिंधी ना गुरुद्वारा ना जुड़ियो है, चाहे वो ज़्यादा मॉडर्न स्पेनिश टाइप हो गए? नहीं, उनको अंग्रेज़ी एंड स्पेनिश आता है। सिंधी हिंदी कोशिश करता हूँ सिखाने की, लेकिन मुझे टाइम नहीं मिलता है सिखाने का। उन्होंने की कल्चर है वो अपनी थोड़ी जी पिछली हैगी या थोड़ी हिस्ट्री थोड़ी पछाण हैगी, वो जुड़े रहो के कहीं पनीरी का की हालत होगा जी? कहाँ पनीरी थोड़ी जनरेशन बच्चे तो बच्चे दे कनेक्शन रखोगे सिंध ना गुरुद्वारे ना? दिल तो यही है कि मेरे बच्चे भी सिंधी सीखे, हिंदी सीखे, जैसा हिंदुस्तान का कुछ उन्हें मालूम पड़े, क्योंकि पिताजी इंडिया का है, मदर पेरू का है, लेकिन सब उन पे ही छोड़ेला है ज़बरदस्ती। आजकल का ज़माना कम्प्लीटली डिफरेंट है। मैं बॉर्न हुआ था 1949 में, अभी 1949 से लेके अभी 2019 में बहुत फ़र्क दुनिया में आ गया है। अनफॉर्चुनेटली, फॉर्चुनेटली नहीं, अनफॉर्चुनेटली बहुत फ़र्क आ गया है। आजकल का ज़माना वो नहीं है जो मेरे माता पिता, हम 6 भाई हैं, मेरे माता पिता जो हमको कंट्रोल करते थे, हमको जो सिखाई दिया था वही सिखाई मैं नहीं दे सकता हूँ, क्योंकि ज़माना बदल गया है। एंड जेरे इतने कोई पुराने बुजुर्ग आए से, जेरे बहुत पुरातन आए से, पहला सिख कम्यूनिटी चो सिंधी चो उन्हें स्पेनिश ना शादी की है, उन्हें नेक्स्ट सेकंड थर्ड फोर्थ जनरेशन कोई कनेक्शन नहीं रही है, उन्हें ना भाषा है ना कोई धर्म है, इंडिया लिंक ना कोई लिंक, सारी टूट की है। मैंने जब शादी की थी 1984 में, तो मैंने मंदिर में की थी, हरे कृष्ण के मंदिर में की थी। मैंने जब शादी की थी तो पनामा में न गुरुद्वारा था न इतने मंदिर थे, एक ही खाली मंदिर था श्री कृष्ण हरे कृष्ण का लास कुंबड़े में, उधर मैंने शादी की। अगर गुरुद्वारा रहता था तो गुरुद्वारा में शादी करता था। थैंक यू वेरी मच, बहुत बहुत धन्यवाद लक्ष्मण सिंह, थानू बहुत खुशी हुई सानू मिल के। सारे सिंधी भरा तुसी गुरुद्वारा का बहुत मन करते, दासते सिंधी मित्र दोस्त भी है इंग्लैंड के बिच गुरुद्वारे जाके बहुत खुश होंगे, गुरुद्वारे जुड़े है, सानू सिख कम्यूनिटी बहुत खुशी हैगी। बहुत खुशी होंगी जब भी अगर मौका मिला ज़िंदगी में, लंदन में अगर आ सकता हूँ। मेरा एक दोस्त उधर रहता है, नानिक नगरानी, अगर मौका मिला, भगवान ने अगर आशीष की तो मैं आऊँगा और आप सब लोग के साथ मिलूँगा। बहुत बहुत धन्यवाद जी, थैंक यू वेरी मच। सत श्री अकाल। सतगुरु